अस्सलाम वालेकुम। ਅਸੀਂ ਹਾਜ਼ਰ ਹਾਂ ਜੀ ਅੱਜ ਆਦਲ ਗੁਲਜ਼ਾਰ ਸਾਹਿਬ ਦੇ ਨਾਲ ਆਪਣੇ ਸੋਸ਼ਲ ਮੀਡੀਆ ਨੈਟਵਰਕ ਪ੍ਰੋਗਰਾਮ ਇਹ ਮੁਲਾਕਾਤ ਇੱਕ ਬਹਾਨਾ ਹੈ ਤੇ ਆਓ ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਆਦਲ ਗੁਲਜ਼ਾਰ ਸਾਹਿਬ। ਆਦਲ ਸਾਹਿਬ ਵੈਲਕਮ ਟੂ ਦ ਸ਼ੋ। ਮਿਹਰਬਾਨੀ, ਸ਼ੁਕਰੀਆ ਜਨਾਬ। ਅੱਛਾ ਸਰ, ਤੁਹਾਡਾ ਤਲਕ ਕਿਸ ਇਲਾਕੇ ਨਾਲ, ਅਬਾਓ ਅਜਦਾਦ ਕਿੱਥੋਂ ਸੇ ਹਨ ਤੇ ਤਾਲੀਮ ਦਾ ਸਿਲਸਿਲਾ ਕਿੱਥੇ ਕਿੱਥੇ ਚੱਲਿਆ? ਸਾਡੇ ਆਬਾਓ ਅਜਦਾਦ ਦਾ ਤਾਲੁਕ ਇੰਡੀਆ ਦੇ ਵਿੱਚ ਆਪਣਾ ਰਿਆਸਤ ਆਪਣਾ ਜਿਹੜਾ ਸ਼ਹਿਰ ਹੈ ਗੁਰਦਾਸਪੁਰ ਦਾ ਆਪਣਾ ਕਸਬਾ ਜਿਹੜਾ ਹੈ ਆਪਣਾ ਤਹਿਸੀਲ ਕਹਿ ਲਓ ਬਟਾਲਾ, ਉੱਥੇ ਦੇ ਨਾਲ ਸਾਡਾ ਤਾਲੁਕ ਹੈ ਪਿੱਛੇ ਆਬਾਓ ਅਜਦਾਦ ਦਾ। ਉਸ ਤੋਂ ਬਾਅਦ ਚਨਿਓੜ ਦੇ ਵਿੱਚ ਉਹਨਾਂ ਦੀ ਆਮਦ ਹੋਈ, ਫਿਰ ਫੈਸਲਾਬਾਦ ਦੇ ਵਿੱਚ ਇਹੀ ਸਿਲਸਿਲਾ ਕਾਰ ਹੈ। ਤਾਲੀਮ ਵੀ ਫੈਸਲਾਬਾਦ ਤੋਂ ਹੀ ਸਾਰੀ ਜੀ ਤਾਲੀਮ ਫੈਸਲਾਬਾਦ ਦੇ ਵਿੱਚ ਹਾਸਲ ਕੀਤੀ ਹੈ। ਸਹੀ, ਆਪਣਾ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ। ਅੱਛਾ, ਕਿਹੜੀ ਕਲਾਸ 'ਚ ਸੀ ਜਦੋਂ ਤੁਸੀਂ ਕੋਈ ਮਹਿਸੂਸ ਕੀਤਾ ਕਿ ਕੋਈ ਤੁਹਾਡੇ 'ਚ ਕੋਈ ਲਿਖਣ ਦੇ ਹਵਾਲੇ ਨਾਲ ਕੋਈ ਗੱਲਬਾਤ ਹੈ? ਤੇ ਜਿਹੜੀ ਪਹਿਲੀ ਤਹਿਰੀਰ ਲਿਖੀ ਤੁਸੀਂ, ਉਹ ਨਜ਼ਮ ਸੀ ਜਾਂ ਕਹਾਣੀ ਸੀ? ਜਿਹੜੀ ਮੈਂ ਪਹਿਲੀ ਤਹਿਰੀਰ ਲਿਖੀ ਉਹ ਕਹਾਣੀ ਸੀ। ਅੱਛਾ। ਤੇ ਬਚਪਨ ਤੋਂ ਹੀ ਜਿਹੜਾ ਨਾ ਘਰ ਦੇ ਵਿੱਚ ਸਾਡੇ ਥੋੜਾ ਜਿਹਾ ਅਦਬੀਆ ਮਾਹੌਲ ਸੀਗਾ। ਵਾਲਦ ਸਾਹਿਬ ਸਾਡੇ ਜਿਹੜੇ ਨੇ ਬਹੁਤ ਸ਼ੌਕ ਰੱਖਦੇ ਸੀ ਲਿਖਣ ਲਿਖਾਣ ਦਾ ਵੀ, ਮੁਖਤਲਿਫ ਇਹੋ ਜਿਹੀ ਕਰਨ ਦਾ। ਘਰ ਦੇ ਵਿੱਚ ਰਸਾਲੇ ਜਿਹੜੇ ਆ ਇਹ ਸਾਨੂੰ ਪ੍ਰੋਵਾਈਡ ਕੀਤੇ ਜਾਂਦੇ ਸੀ ਤੇ ਉਹ ਤਕਰੀਬਨ ਕਹਿ ਲਓ ਕਿ ਤੀਸਰੀ ਚੌਥੀ ਦੋਨਾਂ ਇੱਕ ਸਾਡਾ ਮਾਹੌਲ ਸੀਗਾ ਕਿ ਅਸੀਂ ਸਕੂਲ ਦੇ ਵਿੱਚ ਵੀ ਨਾ ਵੀ ਹਮਨਸਾਬੀ ਸਰਗਰਮੀਆਂ ਤੇ ਕਹਾਣੀਆਂ ਤੇ ਇਹਦੇ 'ਚ ਆਮ ਬੱਚਿਆਂ ਨਾਲੋਂ ਅਸੀਂ ਥੋੜਾ ਅੱਗੇ ਸੀ। ਪਹਿਲੀ ਕਹਾਣੀ ਮੇਰੀ ਮੈਂ 6ਵੀਂ 'ਚ ਸੀਗਾ। ਅੱਛਾ। ਤੇ ਗਾਲਬਨ 1998 ਦੇ ਵਿੱਚ ਜੰਗ ਅਖਬਾਰ ਦੇ ਬੱਚਿਆਂ ਦੇ ਸਫੇ ਦੇ ਵਿੱਚ ਛਾਇਆ ਹੋਈ ਸੀ। ਜੀ, ਯਾਨੀ ਕਿ ਬਾਜ਼ਾਬਤਾ ਤਹਿਰੀਰ ਤੁਹਾਡੀ ਜੰਗ 'ਚ ਛਾਇਆ ਜੰਗ ਦੇ ਵਿੱਚ ਪਹਿਲੀ ਤਹਿਰੀਰ ਜੰਗ 'ਚ ਛਾਇਆ ਹੋਈ। ਅੱਛਾ। ਤੇ ਆਪਣੇ ਮਕਾਮੀ ਜਿਹੜੇ ਅਖਬਾਰ ਨੇ ਜਦੋਂ ਉਸ ਦੌਰ 'ਚ ਐਸੀ ਡੇਲੀ ਰਿਪੋਰਟ ਸੀ, ਗਰੀਬ ਸੀ, ਮੁਖਤਲਿਫ ਅਖਬਾਰਾਤ ਸਨ, ਉਹਨਾਂ ਲਈ ਤੁਸੀਂ ਅਸਲ ਜੋ ਅਖਬਾਰ ਸਾਡੇ ਕੋਲ ਉਸ ਵਕਤ ਜ਼ਰੂਰਤ ਇੱਕ ਆ ਰਿਹਾ ਹੁੰਦਾ ਸੀ ਤੇ ਇੱਕ ਜੰਗ ਆਉਂਦਾ ਹੁੰਦਾ ਸੀ ਦਿਮਾਗ ਦੇ ਉੱਤੇ ਨਾ, ਅਸੀਂ ਉਹ ਉੱਥੇ ਆ ਕੇ ਸਪੈਸ਼ਲ ਪੜ੍ਹਦੇ ਹੁੰਦੇ ਸੀ। ਇਹ ਉਹਦਾ ਕਰਕੇ ਸਾਨੂੰ ਸ਼ੌਕ ਆਪਣਾ ਜ਼ਰੂਰਤ ਦੇ ਵਿੱਚ ਬੜਾ ਕੰਮ ਹੋ ਰਿਹਾ ਸੀਗਾ ਬੱਚਿਆਂ ਵਾਸਤੇ। ਉਹ ਪੜ੍ਹਨ ਦੇ ਵਿੱਚ ਸਾਨੂੰ ਬਹੁਤ ਅੱਛਾ ਸੀ। ਫਿਰ ਇਹ ਸੀਗਾ ਕਿ ਵੀ ਸ਼ਾਇਦ ਅਸੀਂ ਕਦੀ ਕਿਦੋਂ ਛਪਾਂਗੇ ਜੰਗ ਦੇ ਵਿੱਚ। ਅਸੀਂ ਸਟਾਰਟਿੰਗ ਹੋਈ ਜੰਗ ਦਾ ਕਰੇਜ਼ ਬੜਾ ਸੀ ਵੀ। ਬਿਲਕੁਲ, ਉਸ ਵਕਤ ਦੇਖੋ ਜੀ ਇੱਕ ਬਹੁਤ ਵੱਡਾ ਉਹਦਾ ਨੈਟਵਰਕ ਸੀ, ਬਹੁਤ ਵੱਡੀ ਚੀਜ਼ ਸਮਝਿਆ ਜਾਂਦਾ ਸੀ। ਇਸ ਲਈ ਪਹਿਲੀ ਛਾਲ ਹੀ ਅਸੀਂ ਉਧਰ ਮਾਰੀ, ਤੋਂ ਅੱਲਾ ਦਾ ਸ਼ੁਕਰ ਹੈ। ਅੱਛਾ, ਸਾਡਾ ਤੁਹਾਡਾ ਤਲਕ ਚਾਂਦ ਦੇ ਹਵਾਲੇ ਨਾਲ, ਅਸੀਂ ਇੱਕ ਦੂਸਰੇ ਨੂੰ ਚਾਂਦ ਤੋਂ ਜਾਣਿਆ, ਚਾਂਦ ਤੋਂ ਲੱਭਿਆ। ਬਿਲਕੁਲ। ਤੇ ਚੰਦ ਤੱਕ ਕਿਦੋਂ ਪਹੁੰਚੇ ਤੁਸੀਂ ਤੇ ਕਿਸ ਤਰ੍ਹਾਂ ਉਸ 'ਚ ਐਂਟਰੀ ਤੁਹਾਡੀ ਹੋਈ? ਚੰਦ ਤੱਕ ਅਸੀਂ 1999 'ਚ ਪਹੁੰਚੇ ਤੇ ਮੇਰਾ ਖਿਆਲ ਆ ਕਿ ਚੰਦ ਨੇ ਜਿਹੜਾ ਇੱਕ ਫੈਮਿਲੀ ਦਾ ਕਿਰਦਾਰ ਅਦਾ ਕੀਤਾ ਔਰ ਇੱਕ ਦੂਸਰੇ ਨੂੰ ਬਹੁਤ ਕੁਛ ਅਸੀਂ ਇਹਦੇ ਤੋਂ ਹਾਸਲ ਕੀਤਾ, ਸਿੱਖਿਆ। ਸਿਖਾਉਣ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਸੀ। ਔਰ ਅੱਜ ਬਦਕਿਸਮਤੀ ਇਹ ਹੈ ਕਿ ਬੜੇ ਬੜੇ ਵੱਡੇ ਨਾਮ ਜਿਹੜੇ ਆ ਨਾ, ਉਹਦਾ ਨਾਮ ਲੈਣ ਤੋਂ ਗਰੇਜ਼ਾ ਨੇ ਕਿ ਵੀ ਇਹਦਾ ਨਾਮ ਕਿਸੇ ਵੱਡੇ ਨੈਟਵਰਕ ਦਾ ਨਹੀਂ ਲੈਣਾ ਹੈਗਾ, ਇਹ ਪਤਾ ਨਹੀਂ ਕੀ ਚੀਜ਼ ਹੈ ਕਿ ਵੀ ਇਹ ਇੱਕ ਟਿਊਸ਼ਨ ਸੈਂਟਰ ਸੀ। ਹਾਲਾਂਕਿ ਬੜੇ ਬੜੇ ਲੋਕਾਂ ਨੇ ਉੱਥੋਂ ਸਟਾਰਟਿੰਗ ਲਈ ਹੈ। ਆਦਲ ਸਾਹਿਬ, ਚਾਂਦ 'ਚ ਤੁਸੀਂ ਲਿਖਦੇ ਸੀ? ਜੀ ਜੀ। ਚਾਂਦ 'ਚੋਂ ਫਿਰ ਤੁਸੀਂ ਗੋਗੋ ਦੇ ਸਬ ਐਡੀਟਰ ਬਣ ਗਏ। ਉਹ ਤਜਰਬਾ ਕਿਹਦਾ ਰਿਹਾ? ਬੜਾ ਅੱਛਾ ਤਜਰਬਾ ਰਿਹਾ। ਕਾਫੀ ਦੋਸਤਾਂ ਦੇ ਨਾਲ ਜਿਹੜੇ ਨਾ ਨਵੇਂ ਦੋਸਤਾਂ ਨਾਲ ਵੀ ਸ਼ਨਾਸਾਈ ਹੋਈ, ਬਲਕਿ ਅਸੀਂ ਚਾਂਦ ਦੇ ਵੀ ਜਿਹੜੇ ਲਿਖਾਰੀ ਸਨ ਉਹਨਾਂ ਨੇ ਵੀ ਬੱਚਿਆਂ ਵਾਸਤੇ ਉਸੇ ਤਰ੍ਹਾਂ ਲਿਖਿਆ ਜਿਸ ਤਰ੍ਹਾਂ ਉਹ ਚਾਂਦ 'ਚ ਲਿਖ ਰਹੇ ਸੀ। ਕਿਉਂਕਿ ਜਿਹੜਾ ਲਿਖਾਰੀ ਆ ਉਹਨੂੰ ਉਹ ਕਿਸੇ ਆਪਣਾ ਹਦੂਦ ਦਾ ਮੁਹਤਾਜ ਨਹੀਂ ਹੈਗਾ। ਉਹ ਜੋ ਲਿਖਣਾ ਚਾਹੁੰਦਾ ਉਹਨੇ ਲਿਖਿਆ। ਔਰ ਸਾਡੇ ਦੋਸਤ ਮਾਸ਼ਾਅੱਲਾ ਸਾਰੇ ਜਿਹੜੇ ਆਲਰਾਊਂਡਰ ਸੀਗੇ, ਉਹਨਾਂ ਨੇ ਹਰ ਤਰ੍ਹਾਂ ਲਿਖਿਆ। ਉਹ ਜਿਸ ਤਰ੍ਹਾਂ ਉਹ ਚਾਹੁੰਦੇ ਸੀ ਅਸੀਂ ਉਸ ਤੋਂ ਅੱਛਾ ਲਿਖਿਆ। ਹੁਣ ਤੁਸੀਂ ਬਹੁਤ ਕਮ ਨਜ਼ਰ ਆਉਂਦੇ ਹੋ ਲਿਖਣ ਦੇ ਹਵਾਲੇ ਨਾਲ। ਲਿਖਣ ਇਹ ਜਿਹੜਾ ਆਦਲ ਗੁਲਜ਼ਾਰ ਇੱਕ ਰਾਈਟਰ ਸੀਗਾ, ਉਹਨੂੰ ਉਹਦਾ ਕਾਰੋਬਾਰ ਖਾ ਗਿਆ ਜਾਂ ਕੀ ਹੋ ਗਿਆ? ਸਰ, ਕਾਰੋਬਾਰੀ ਮਸਰੂਫੀਆਤ, ਵਾਲਦੈਨ ਦੀ ਜਿਹੜੀ ਵਫਾਤ, ਉਸ ਤੋਂ ਬਾਅਦ ਘਰੇਲੂ ਜ਼ਿੰਮੇਦਾਰੀਆਂ, ਇਹ ਸਾਰੀਆਂ। ਔਰ ਅਲਹਮਦੁਲਿਲਾ ਦੁਬਾਰਾ ਹੁਣ ਕਾਫੀ ਹੱਦ ਤੱਕ ਦੁਬਾਰਾ ਆਦਲ ਗੁਲਜ਼ਾਰ ਬਹਾਲ ਹੋ ਰਿਹਾ ਵਾ, ਇਨਸ਼ਾਅੱਲਾ ਸਾਹ ਲੈ ਰਿਹਾ ਵਾ ਤੇ ਬਹੁਤ ਜਲਦੀ ਨਜ਼ਰ ਵੀ ਆਏਗਾ, ਰੜਕੇਗਾ ਵੀ, ਫੜਕੇਗਾ ਵੀ। ਤੇ ਜਿਹੜਾ ਡਿਜੀਟਲ ਮੀਡੀਆ ਆ ਰਿਹਾ ਹੈ, ਉਹ ਕਿਤਾਬ ਵੀ ਖਤਮ ਕਰ ਦਿੱਤੀ ਉਹਨੇ, ਤੇ ਤੁਸੀਂ ਕੀ ਸਮਝਦੇ ਹੋ? ਮੇਰੇ ਖਿਆਲ ਦੇ ਵਿੱਚ ਹੁਣ ਰਾਈਟਰ ਨੂੰ ਡਿਜੀਟਲ ਮੀਡੀਆ ਦੇ ਉੱਤੇ ਆਪਣਾ ਕਿਰਦਾਰ ਆਪ ਅਦਾ ਕਰਨਾ ਪੈਣਾ ਹੈ। ਮੈਂ ਅੱਗੇ ਜਿਸ ਤਰ੍ਹਾਂ ਕਹਾਣੀਆਂ ਵਿਕਦੀਆਂ ਸੀਗੀਆਂ, ਤੁਹਾਡੇ ਉਹ ਨਾਵਲ ਵਿਕਦੇ ਸੀਗੇ, ਹੁਣ ਤੁਹਾਡੀਆਂ ਲਾਈਨਾਂ ਵਿਕਣੀਆਂ।
ਕਿਉਂਕਿ ਲੋਕ ਬਹੁਤ ਸ਼ਾਰਟ ਲਫ਼ਜ਼ਾਂ ਦੇ ਵਿੱਚ ਇੱਕ ਲਾਈਨ ਦੇ ਵਿੱਚ ਤੁਹਾਡੀ ਪੂਰੀ ਗੱਲ ਸਮਝਣਾ ਚਾਹੁੰਦੇ ਨੇ ਤੇ ਇਹ ਹੁਣ ਸਾਨੂੰ ਡਿਲੀਵਰ ਕਰਨਾ ਪੈਣਾ ਵਾ। ਔਰ ਇਹਦੇ ਵਾਸਤੇ ਸਾਨੂੰ ਆਪ ਅੱਗੇ ਕਿਤਾਬ ਵਾਸਤੇ ਮਿਹਨਤ ਕਰ ਰਹੇ ਸੀਗੇ, ਹੁਣ ਸਾਨੂੰ ਆਪਣਾ ਸਟੂਡੀਓ ਆਪਣਾ ਬਣਾਉਣਾ ਪੈਣਾ। ਅਸੀਂ ਆਪਣੇ ਕਮਰੇ ਦੇ ਵਿੱਚ ਨਿਕਲ ਗਏ, ਅੱਗੇ ਸਾਨੂੰ ਜ਼ਰੂਰਤ ਸੀਗੀ ਅਸੀਂ ਜਾ ਕੇ ਖਵਾਤੀਨ ਕਿ ਸ਼ਵਾਜ ਸਗਜ਼ਸ਼ ਅਖਬਾਰੇ ਜਹਾਂ 'ਚ ਛਪਣਾ ਵਾ। ਹੁਣ ਸਾਡਾ ਆਪਣਾ ਸੋਸ਼ਲ ਮੀਡੀਆ, ਤੁਹਾਡਾ ਆਪਣਾ ਨਾਮ ਚੱਲੇਗਾ ਕਿ ਫਾਰੂਕ ਅੰਜਮ ਦਾ ਨਾਮ ਚੱਲੇਗਾ ਕਿ ਵੀ ਇਹਦੇ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਇੰਨੇ ਫਾਲੋਅਰ ਨੇ, ਇੰਨੇ ਲੱਖ ਲੋਕ ਇਹਨੂੰ ਰੋਜ਼ਾਨਾ ਸੁਣ ਰਹੇ ਨੇ। ਔਰ ਹੁਣ ਉਸੇ ਤਰ੍ਹਾਂ ਸਾਨੂੰ ਰੋਜ਼ਾਨਾ ਉਹਦੇ ਤੇ ਆਪਣੀ ਡਿਊਟੀ ਦੇਣੀ ਪੈਣੀ ਹੈ। ਯਾਨੀ ਹੁਣ ਤੁਸੀਂ ਸਮਝਦੇ ਹੋ ਕਿ 5 ਲਾਈਨ ਦੀ ਅਹਿਮੀਅਤ ਹੈ। 5 ਲਾਈਨ ਦੀ ਕਹਿ ਲਓ, 1 ਲਾਈਨ ਦੀ ਕਹਿ ਲਓ, ਹੁਣ ਉਹਦੀ ਅਹਿਮੀਅਤ ਆ। ਉਹ ਇੱਕ ਨਵਾਂ ਦੌਰ ਆ। ਤੇ ਪ੍ਰਿੰਟ ਮੀਡੀਆ ਬਹੁਤ ਪਿੱਛੇ ਰਹਿ ਜਾਏਗਾ। ਪ੍ਰਿੰਟ ਮੀਡੀਆ ਸਰ ਮੇਰਾ ਖਿਆਲ ਹੈ ਤੇ ਇਸ ਟਾਈਮ ਉਹਦਾ ਜਨਾਜ਼ਾ ਨਿਕਲ ਗਿਆ ਹੋਇਆ ਵਾ। ਕੁਝ ਸਾਫੀਆਂ ਨੇ ਕੱਢ ਦਿੱਤਾ ਵਾ, ਕੁਝ ਸਾਡੀ ਗਵਰਨਮੈਂਟ ਨੇ ਕੱਢ ਦਿੱਤਾ ਵਾ, ਕੁਝ ਅਸੀਂ ਸੋਸ਼ਲ ਮੀਡੀਆ ਨੇ ਉਹਨੂੰ ਦਫਨਾਤਾ ਹੈ। ਅੱਛਾ, ਉਹ ਕੰਮ ਜਿਹੜਾ ਅਸੀਂ ਅਮਰੀਕਾ ਜਾਂ ਤਰੱਕੀ ਯਾਫਤਾ ਮੁਮਾਲਕ 'ਚ ਦੇਖਿਆ ਸੀ, ਤੁਸੀਂ ਤੇ ਤੁਹਾਡੇ ਦੋਸਤਾਂ ਨੇ ਉਸ ਕੰਮ ਨੂੰ ਪਾਕਿਸਤਾਨ 'ਚ ਇੰਟਰੋਡਿਊਸ ਕਰਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਇੱਕ ਆਨਲਾਈਨ ਜਰੀਦੇ ਗੋਗੋ ਦੇ ਆਨਲਾਈਨ ਐਡੀਟਰ ਰਹੇ। ਅਸੀਂ ਉਹ 100% ਆਨਲਾਈਨ ਕਦੀ ਵੀ ਮੁਮਕਿਨ ਨਹੀਂ ਹੁੰਦਾ ਹੈਗਾ। ਅਸੀਂ ਉਹਦੇ 'ਚ ਇਸ ਤਰ੍ਹਾਂ ਸੀਗਾ ਕਿ ਇੱਕ ਤੇ ਉਸ ਵਕਤ ਕੰਪਿਊਟਰ ਬਹੁਤ ਘੱਟ ਸੀਗਾ ਤੇ ਅਸੀਂ ਉਹਦੇ ਨਾਲ ਅਟੈਚ ਸੀਗੇ। ਦੂਸਰਾ ਸਾਡਾ ਉੱਥੇ ਕਰਾਚੀ ਦੇ ਨਾਲ ਬਿਜ਼ਨਸ ਦਾ ਵੀ ਮਾਮਲਾ ਸੀਗਾ। ਉਹਦੀ ਵਜ੍ਹਾ ਤੋਂ ਸਾਨੂੰ ਮਹੀਨੇ ਜਾਂ 2 ਮਹੀਨੇ 'ਚ ਉੱਥੇ ਜਾਣਾ ਪੈ ਰਿਹਾ ਸੀ। ਉਹ ਅਸੀਂ ਫਿਰ ਉਹਦੇ ਵਾਸਤੇ ਨਾ ਇਹ ਆਨਲਾਈਨ ਦਾ ਜਿਹੜਾ ਸਿਲਸਿਲਾ ਸਾਡੇ ਲਈ ਆਸਾਨ ਹੋ ਗਿਆ। ਇੱਕ ਵਾਰੀ ਤੁਸੀਂ ਜਾਂਦੇ ਹੋ, ਤੁਸੀਂ ਤੁਹਾਡਾ 2 ਮਹੀਨੇ ਦਾ ਰਸਾਲਾ ਪ੍ਰਿੰਟ ਹੋ ਜਾਂਦਾ ਜਾਂ 3 ਮਹੀਨੇ ਦਾ ਮੁਆਦ ਤੁਹਾਡੇ ਕੋਲ ਪਿਆ ਸੀ, ਸਾਡਾ ਉਹ ਚੱਲਦਾ ਸੀ। ਯਾਨੀ ਕਿ ਆਨਲਾਈਨ ਟੋਟਲ ਆਨਲਾਈਨ ਨਹੀਂ ਸੀ ਹੈਗਾ, ਲੇਕਿਨ ਉਹ ਉਸ ਵਕਤ ਕਿਉਂਕਿ ਇਸ ਤਰ੍ਹਾਂ ਦੀ ਹੁਣ ਫੈਸਿਲਿਟੀਆਂ ਅਵੇਲੇਬਲ ਨਹੀਂ ਸੀ, ਨਾ ਨੈਟ ਦੀਆਂ ਇੰਨੀਆਂ ਸਪੀਡਾਂ ਸੀ, ਨਾ ਫਾਈਲਾਂ ਐਡੀਸ਼ਨ ਦੀ ਡਾਊਨਲੋਡ ਹੁੰਦੀਆਂ ਸੀਗੀਆਂ। ਲੇਕਿਨ ਅਸੀਂ ਕੋਸ਼ਿਸ਼ ਪੂਰੀ ਕੀਤੀ ਸੀਗੀ ਕਿ ਜਿਹੜਾ ਅਸੀਂ ਕੰਮ ਕਰ ਸਕਦੇ ਸੀ ਅਸੀਂ ਉਹ ਕੀਤਾ ਉਸ ਵਕਤ। ਅੱਛਾ, ਸੋਸ਼ਲ ਮੀਡੀਆ ਕੋਈ ਨਵੇਂ ਲਿਖਾਰੀ ਦੀ ਤਰਬੀਅਤ 'ਚ ਵੀ ਕੋਈ ਕਿਰਦਾਰ ਅਦਾ ਕਰ ਰਿਹਾ? ਮੇਰਾ ਨਹੀਂ ਖਿਆਲ ਕਿ ਮੇਰੇ ਹਿਸਾਬ ਨਾਲ ਉਹਦਾ ਜ਼ਿਆਦਾਤਰ ਉਹ ਨੁਕਸਾਨ ਹੀ ਉਹਨੂੰ ਦੇ ਰਿਹਾ ਵਾ, ਕਿਉਂਕਿ ਵੱਡਾ ਰਾਈਟਰ ਇਸ ਵਕਤ ਛੋਟੇ ਰਾਈਟਰ ਦੇ ਨਾਲ ਬਹੁਤ ਜ਼ਿਆਦਾ ਫਾਸਲੇ ਦੇ ਉੱਤੇ ਆ। ਬੇਸਿਕਲੀ ਜ਼ਰੂਰਤ ਸਾਨੂੰ ਵੱਡੇ ਰਾਈਟਰ ਦੇ ਨਾਲ ਬਹਿਣ ਦੀ ਹੈ, ਕਿਉਂਕਿ ਜੋ ਉਹਨੇ ਸਿਖਾਉਣਾ ਵਾ ਉਹ ਚੀਜ਼ ਸਾਨੂੰ ਇਸ ਟਾਈਮ ਸੋਸ਼ਲ ਮੀਡੀਆ ਨਹੀਂ ਸਿਖਾ ਰਿਹਾ। ਮਤਲਬ ਸੋਸ਼ਲ ਮੀਡੀਆ ਨੇ ਐਡੀਟਰ ਦਾ ਕਿਰਦਾਰ ਖਤਮ ਕਰ ਦਿੱਤਾ। ਐਡੀਟਰ ਦਾ ਕਿਰਦਾਰ ਖਤਮ ਹੋ ਜੇ ਤੇ ਤੁਹਾਡੀ ਤਹਿਰੀਰ ਨਿਖਾਰ ਨਹੀਂ ਆਏਗਾ। ਇਸੇ ਲਈ ਜੋ ਪੋਸਟ ਲਿਖੀ ਜਾਂਦੀ ਹੈ ਉਹਦੇ ਥੱਲੇ ਜੋ ਕਮੈਂਟਸ ਆਉਂਦੇ ਨੇ, ਅੱਛੇ ਕਮੈਂਟਸ ਤੇ ਲਿਖਣ ਵਾਲਾ ਕਬੂਲ ਕਰ ਲੈਂਦਾ, ਜਿਹੜੇ ਉਹਦੇ ਬੈਡ ਕਮੈਂਟਸ ਆ ਉਹਨੂੰ ਡਿਲੀਟ ਕਰ ਦਿੰਦਾ। ਉਹ ਇਖਤਿਆਰ ਰੱਖਦਾ ਵਾ, ਉਹ ਚ ਹੌਸਲਾ ਨਹੀਂ ਹੈ। ਮਸਲਨ ਦੇਖੋ ਸਾਡੀਆਂ ਕਹਾਣੀਆਂ ਜਿਹੜੀਆਂ ਜਦੋਂ ਐਡੀਟਰ ਕੋਲ ਜਾਂਦੀਆਂ ਸੀਗੀਆਂ ਉਹ ਰਿਜੈਕਟ ਕਰਦਾ ਸੀਗਾ। ਅਸੀਂ ਅਗਲੇ ਨਾਲੋਂ ਜ਼ਿਆਦਾ ਤਵਾਨਾਈ ਨਾਲ ਲਿਖਦੇ ਸੀ, ਅੱਛੀ ਤਵਾਨਾਈ ਨਾਲ। ਉਹਦੇ ਕੋਲ ਇੱਕ ਬੜਾ ਜ਼ਬਰਦਸਤ ਹੈ ਇੱਕ ਪੁਸ਼ ਜਿਹੜਾ ਨਾ ਉਹਨਾਂ ਨੂੰ ਡਿਲੀਟ ਕਰਕੇ ਆਪਣੇ ਆਪ ਨੂੰ ਸੇਵ ਕਰ ਲਿਆ ਉਹਨੇ। ਔਰ ਉਹ ਸਿਰਫ ਉਹ ਆਪਣੀ ਤਾਰੀਫ ਪਸੰਦ ਕਰ ਰਿਹਾ ਵਾ। ਉਹ ਅਜੀਬ ਜੇ ਮਖਮਸੇ ਜੇ ਇਸ ਵਕਤ ਨਿਕਲੇ ਹੋਏ ਆ ਕਿ ਉਹ ਕਮੈਂਟ ਜਿਹੜੇ ਆ ਉਹ ਐਡੀਟਰ ਦਾ ਕਿਰਦਾਰ ਵੀ ਅਦਾ ਕਰਦੇ ਉਹਨੂੰ ਪਸੰਦ ਨਹੀਂ ਕਰਦਾ, ਜਿੱਦਾਂ ਅਸੀਂ ਕਿਸੇ ਐਡੀਟਰ ਨੂੰ ਪਸੰਦ ਨਹੀਂ ਸੀ ਕਰਦੇ। ਕਈ ਵਾਰੀ ਸਾਡੀ ਕੱਟ-ਵੱਟ, ਲੇਕਿਨ ਅਸੀਂ ਉਹਦੇ 'ਚ ਫਿਰ ਵੀ ਛਾਇਆ ਹੋਣ ਦੀ ਕੋਸ਼ਿਸ਼ ਕਰਦੇ ਸੀ। ਅੱਛਾ, ਜੋ ਤੁਸੀਂ ਲਿਖਣਾ ਚਾਹੁੰਦੇ ਸੀ ਤੁਸੀਂ ਉਹ ਹੀ ਲਿਖਿਆ ਜਾਂ ਲਿਖਣਾ ਕੁਝ ਹੋਰ ਚਾਹੁੰਦੇ ਸੀ, ਲਿਖਣਾ ਕੁਝ ਹੋਰ ਪੈ ਗਿਆ? ਨਹੀਂ, ਅਸੀਂ ਆਪਣੀ ਤਬੀਅਤ ਦੇ ਮੁਤਾਬਕ ਲਿਖਿਆ, ਜਿਹੋ ਜਿਹੀ ਤਬੀਅਤ ਹੋਈ ਆ ਉਸੇ ਤਰ੍ਹਾਂ ਲਿਖਿਆ। ਅੱਛਾ, ਕਿ ਵੀ ਅਗਰ ਅਸੀਂ ਮਜ਼ਾਕ ਆਪਣੀ ਤਬੀਅਤ ਦੇ ਵਿੱਚ ਹੈ ਵਾ ਸਾਡੇ ਚਿਲਬਲਾਪਨ ਤੇ ਅਸੀਂ ਚਿਲਬਲਾ ਹੀ ਲਿਖਿਆ। ਤੇ ਉਹ ਅਸੀਂ ਜੋ ਚਾਹਿਆ ਵਾ ਆਪਣੀ ਚੀਜ਼ ਨੂੰ, ਆਪਣੇ ਜ਼ਿਹਨ ਨੂੰ ਅਸੀਂ ਡਿਲੀਵਰ ਕੀਤਾ ਹੈ। ਅੱਛਾ, ਕਦੀ ਕੋਈ ਮਹਿਸੂਸ ਹੁੰਦਾ ਕਿ ਤੁਹਾਡੇ 'ਚ ਕੋਈ ਸ਼ਾਇਰ ਵੀ ਬਾਹਰ ਝਾਤੀਆਂ ਮਾਰਦਾ? ਹਾਂਜੀ, ਬੜਾ ਆਪਣਾ ਅਕਸਰ ਟਾਂਗਾ ਝਾਂਗੀ ਕਰਦਾ ਰਹਿੰਦਾ ਹੈ। ਉਹਦੀ ਵਜ੍ਹਾ ਤੋਂ ਆਪਾਂ ਕਈ ਪੁੱਠੇ ਸਿੱਧੇ ਕੰਮ ਕੀਤੇ ਨੇ, ਕਈ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ, ਲਹਾਈਆਂ ਕੀਤੀਆਂ ਆਪਾਂ ਇੱਧਰ ਉੱਧਰ। ਉਹ ਆਪਣਾ ਸ਼ਾਇਰੀ ਸੁਣਾ ਕੇ ਪੁੜੀਆਂ ਫਸਾਉਣ ਵਾਲਾ ਜਿਹੜਾ ਰਿਵਾਜ ਹੁੰਦਾ ਸੀ ਉਹ ਵੀ ਚੱਲਦਾ ਰਿਹਾ ਹੈ, ਉਹ ਕੀਤਾ ਆਪਾਂ। ਤੇ ਚਾਂਚ ਵੀ ਸ਼ਾਇਰੀ ਲਿਖੀ ਹੈ? ਚਾਂਚ ਵੀ ਸ਼ਾਇਰੀ ਮੇਰੇ ਕਾਫੀ ਹਜ਼ਲਾਂ ਜਿਹੜੀਆਂ ਨਾ ਉਹ ਪ੍ਰਿੰਟ ਵੀ ਹੋਈਆਂ। ਤੇ ਕੋ ਟੱਕਰੇ ਹੁੰਦਾ ਸੀ, ਟੱਕਰਾਂ, ਉਹ ਇੱਕ ਸ਼ੋਭਾ, ਉਹਦੇ 'ਚ ਕਾਫੀ ਤਹਿਰੀਰਾਂ ਛਾਇਆ ਹੋਈ। ਅੱਛਾ, ਚਾਂਦ ਨਾਲ ਤਾਲੁਕ ਤੁਹਾਡਾ ਬਣਿਆ, ਫਿਰ ਜਦੋਂ ਤੱਕ ਚਾਂਦ ਬੰਦ ਨਹੀਂ ਹੋਇਆ ਉਹ 'ਚ ਜ਼ਾਹਰ ਆ ਕੇ ਅਸੀਂ ਤੇ ਉਹਨਾਂ ਅਟੈਚ ਰਹਿ, ਤੁਸੀਂ ਵੀ ਅਟੈਚ ਰਹਿ। ਤੇ ਚਾਂਦ ਪੜ੍ਹਨ ਵਾਲਾ ਬੰਦਾ ਤੰਜ਼ੋ ਮਜ਼ਾਹ ਦੀ ਅਸਲ ਜਿਹੜੀ ਕਹਾਣੀ ਨਾ ਉਹਨੂੰ ਜਾਣ ਜਾਂਦਾ। ਤੁਹਾਡੇ ਨਜ਼ਦੀਕ ਤੰਜ਼ੋ ਮਜ਼ਾਹ ਕੀ ਚੀਜ਼? ਮੇਰੇ ਇਹੀ ਹੈ ਵੀ ਇੱਕ ਕੋਈ ਵੀ ਗੱਲ ਤੁਸੀਂ ਆਪਣਾ ਮਿੱਠੇ ਅੰਦਾਜ਼ ਨਾਲ ਕਰਨ ਦਾ ਮਤਲਬ ਮਜ਼ਾਹ ਹੈ, ਔਰ ਤਿੱਖੇ ਅੰਦਾਜ਼ ਸੇ ਕਰਨਾ ਤਾਂ ਤੰਜ਼ ਹੈ।
अच्छा, यही तंज और मज़ा है। वैसे ज्यादा मज़ा लिखना चाहिए या तंज करना चाहिए? मज़ा तंज मज़ा ਜਿਹੜਾ लिखना वा देखो ये गरां मुश्ताक अहमद यूसुफ साहब ਦਾ ਕਹਿਣਾ ਕਿ ਤੰਜ਼ ਨੂੰ ਛੱਡ ਦਿਓ ਮਜ਼ਾ ਤੇ ਆ ਜਾਓ। मज़ा ਤੇ ਹੋਰ ਬਿਲਕੁਲ ਇਹ ਗੱਲ ਸਹੀ ਆ। ਤੰਜ਼ ਜਿਹੜਾ ਨਹੀਂ ਹੋਣਾ ਚਾਹੀਦਾ, ਲੇਕਿਨ ਉਹ ਤੰਜ਼ ਬੇਸਿਕਲੀ ਹੈ ਅਗਰ ਕਿਸੇ ਸਰਕਾਰੀ ਕਿਸੇ ਮੌਕੇ ਤੇ ਤੁਸੀਂ ਕਿਸੇ ਨੂੰ ਕਰਨਾ ਚਾਹੁੰਦੇ ਆ ਜਾਂ ਕਿਸੇ ਗੈਰ ਮੁਲਕੀ ਕੋਈ ਚੀਜ਼ ਜ਼ਰੂਰੀ ਆ ਉੱਥੇ ਤੁਸੀਂ ਕਰ ਲਓ ਵੀ ਇਹ ਆਪਣੀ ਜ਼ਾਤੀਆਤ ਚ ਸ਼ਖਸੀਆਤ ਚ ਖਾਕਾਗਰਦੀ ਚ ਇੱਥੇ ਨਹੀਂ, ਇੱਥੇ ਮਜ਼ਾਕ ਦੀ ਜ਼ਰੂਰਤ ਆ। ਤੰਜ਼ ਤੇ ਅੱਜ ਕੱਲ ਵੈਸੇ ਹੀ ਬਹੁਤ ਜ਼ਿਆਦਾ ਹੈ। फैसलाबाद शहर देखो ना एक संती लिहाज ना ਉਹਦੀ ਇੱਕ ਆਪਣੀ ਪਹਿਚਾਨ, ਫਿਰ ਇਹਦੇ ਇਸ ਜਗ੍ਹਾ ਤੋਂ ਇੱਕ ਬੜਾ ਰਾਈਟਰ, ਬੜਾ ਗੁਲੂਕਾਰ, ਬੜਾ ਸ਼ਾਇਰ, ਬੜਾ ਅਦਾਕਾਰ ਨਿਕਲਿਆ ਜਿਹਨੇ ਇੰਡਸਟਰੀ ਜਾ ਕੇ ਸੰਭਾਲੀ। ਅਗਰ ਤੁਸੀਂ ਸਟੇਜ ਦੇਖੋ, ਬਿਲਕੁਲ ਫਿਲਮ ਦੇਖੋ ਜਾਂ ਟੀਵੀ ਦੇਖੋ, ਜਾਂ ਫੈਸਲਾਬਾਦ ਜਾਂ ਅਦਬ ਦੇ ਹਵਾਲੇ ਨਾਲ ਦੇਖੋ, ਬੜੇ ਬੜੇ ਨਾਮ ਨੇ। ਫੈਸਲਾਬਾਦ ਖੁਦ ਕਿਉਂ ਨਹੀਂ ਇੱਥੋਂ ਜਿਹੜਾ ਇੱਥੇ ਬੈਠ ਗਏ, ਜੇ ਅਗਰ ਇੱਥੋਂ ਨਿਕਲਿਆ ਤੇ ਉਹਨੇ ਤਰੱਕੀ ਕੀਤੀ, ਇੱਥੇ ਬੈ ਕੇ ਕਿਉਂ ਨਹੀਂ ਕਹੋ? ਸਰ ਇੱਥੇ ਇੱਕ ਕਹਿ ਲਓ ਕਿ ਮੰਡੀ ਨਹੀਂ ਹੈ ਫੈਸਲਾਬਾਦ। ਅਗਰ ਟੈਕਸਟਾਈਲ ਦੀ ਮੰਡੀ ਹੈ ਨਾ ਤੇ ਸਿਰਫ ਟੈਕਸਟਾਈਲ ਦੀ ਮੰਡੀ ਹੈ, ਤਾਂ ਟੈਕਸਟਾਈਲ ਦੀ ਮੰਡੀ ਲਾਹੌਰ ਨਹੀਂ ਹੈਗਾ। ਟੈਕਸਟਾਈਲ ਦੀ ਮੰਡੀ ਸਿਰਫ ਇਹ ਆ। ਆਪਣਾ ਸ਼ੋਪੀਸ ਦੀ ਮੰਡੀ ਲਾਹੌਰ ਆ। ਉੱਥੇ ਜੋ ਤੁਸੀਂ ਲਿਖਣਾ ਵਾ ਤੁਸੀਂ ਜਾ ਕੇ ਲਾਹੌਰ ਨੂੰ, ਕਰਾਚੀ ਨੂੰ, ਇਸਲਾਮਾਬਾਦ ਨੂੰ ਪ੍ਰਿੰਟ ਕਰਕੇ ਭੇਜਣਾ ਵਾ। ਇਸੀ ਵਜ੍ਹਾ ਵਾ ਕਿ ਅਸੀਂ ਇੱਥੇ ਆਪਣਾ ਕੋਈ ਕਿਰਦਾਰ ਨਹੀਂ ਅਦਾ ਕਰ ਸਕਦਾ, ਨਾ ਫੈਸਲਾਬਾਦ ਨਾ ਮੁਲਤਾਨ। ਇੱਥੇ ਦਾ ਰਾਈਟਰ ਨੂੰ ਆਪਣਾ ਕਿਰਦਾਰ ਆਪਣੇ ਆਪ ਨੂੰ ਮਨਵਾਉਣ ਵਾਸਤੇ ਲਾਹੌਰ ਸ਼ਿਫਟ ਹੋਣਾ ਪੈਣਾ ਹੈ। ਯਾਨੀ ਇਹ ਹਿਜਰਤ ਕਰਨੀ ਕਰੋਗੇ, ਇਹ ਹਿਜਰਤ ਬਿਲਕੁਲ ਜੀ, ਇਹ ਸੁਨਨਤ ਹਿਜਰਤ ਜਿਹੜੀ ਹੈ ਨਾ ਇਹ ਕਰੇਗਾ ਤੇ ਰਾਈਟਰ ਬਚੇਗਾ, ਨਹੀਂ ਤਾਂ ਉਹਨੂੰ ਇਲਾਕੇ ਦੀ ਹਵਾ ਆਬੋ ਹਵਾ ਖਾ ਜਾਏਗੀ। ਬੜੇ ਬੜੇ ਨਾਮ ਨੇ ਮਾਸ਼ਾਅੱਲਾ ਫੈਸਲਾਬਾਦ ਦੇ ਜਿਹੜੇ ਮੁੜ ਕੇ ਉਹ ਕਿਰਦਾਰ ਅਦਾ ਨਹੀਂ ਕਰ ਸਕੇ ਜਿਸ ਤਰ੍ਹਾਂ ਦੇ ਉਹ ਜਿਹਦੇ ਉਹ ਹੱਕਦਾਰ ਸੀਗੇ, ਉਹਨਾਂ ਨੂੰ ਉਹ ਮਿਲੇ ਨਹੀਂ ਮੌਕਾ। ਅੱਛਾ, ਤੁਸੀਂ ਸ਼ਾਇਰੀ ਜਿਹੜੀ ਤੁਹਾਡੀ ਹੈ, ਤੁਸੀਂ ਆਪਣੀ ਸ਼ਾਇਰੀ 'ਚ ਕਿਹੜੇ ਤੋਂ ਮੁਤਾਸਰ ਹੋ? ਕਿਉਂਕਿ ਤੁਹਾਡੀ ਸ਼ਾਇਰੀ 'ਚ ਸਾਨੂੰ ਤਹਿਜ਼ੀਬ ਹਾਫੀ ਜਾਬ ਮਿਲਦਾ। ਤੁਹਾਡੀ ਸ਼ਾਇਰੀ 'ਚ ਕੋਈ ਬਣਾਓ ਸੰਗਾਰ ਨਹੀਂ ਹੈ, ਸਾਦਾ ਸ਼ਾਇਰੀ ਜਿਸ ਤਰ੍ਹਾਂ ਤੁਹਾਡੇ ਅੰਦਰ ਆਈ ਉਸੇ ਤਰ੍ਹਾਂ ਤੁਸੀਂ ਉਹ ਦੇ ਦਿੱਤੀ। ਅਸੀਂ ਆਪਣੀ ਤਬੀਅਤ ਦੇ ਸਾਦਾ ਹੀ ਤਬੀਅਤ ਦੇ ਮਾਲਕ ਆ ਤੇ ਆਪਣੇ ਵਾਲੇ ਇਹੀ ਤਬੀਅਤ ਨੂੰ ਅਸੀਂ ਕਰਨਾ ਚਾਹੁੰਦੇ ਹਾਂ। ਲੇਕਿਨ ਹਾਫੀ ਉਫੀ ਜਿਹੜੇ ਆ ਨਾ ਤੇ ਉਹ ਸਾਡੇ ਲਈ ਵੀ ਨਾ ਕਾਫੀ ਆ, ਤੋ ਮੇਰਾ ਖਿਆਲ ਆਦੋ ਵਿੱਚ ਵੀ ਨਾ ਕਾਫੀ ਹੈ, ਕੋਈ ਗੱਲ ਨਹੀਂ। ਲੇਕਿਨ ਇਹ ਜਿਹੜੀਆਂ ਚੀਜ਼ਾਂ ਨਾ ਅਸੀਂ ਆਪਣੀ ਸਾਦਾ ਤਬੀਅਤ ਦੇ ਮਾਲਕ, ਆਪਣੀ ਸਾਦਾ ਤਬੀਅਤ ਨੂੰ ਹੀ ਅਸੀਂ ਅੱਗੇ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਜ਼ਿਆਦਾ ਜਿਹੜੇ ਨਾ ਅਲਫਾਜ਼ ਦਾ ਬਣਾਓ ਸਗਾਰ ਤੇ ਉਹ ਮੁਸ਼ਕਲ ਲਫ਼ਜ਼ ਵੀ ਉਹਨੂੰ ਅਦਾ ਕਰਨ ਦੇ ਵਿੱਚ ਬੰਦੇ ਨੂੰ ਕੜਾਲ ਪੈ ਜਾਵੇ, ਤੇ ਉਹ ਜ਼ਰੂਰੀ ਅਸੀਂ ਵੀ ਨਹੀਂ ਸਮਝਿਆ ਤੇ ਅਸੀਂ ਉਹਨੂੰ ਆਪਣੀ ਸ਼ਾਇਰੀ 'ਚ ਵੀ ਨਹੀਂ ਲਿਆਂਦਾ। ਬਸ ਉਸਤਾਦ ਤੁਸੀਂ ਸ਼ਾਇਰੀ 'ਚ ਨਹੀਂ, ਮੇਰਾ ਖਿਆਲ ਕਿਸੇ ਨੂੰ ਨਹੀਂ। ਮੈਂ ਆਪਣੀ ਸ਼ਾਇਰੀ 'ਚ ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ ਸਾਹਿਬ ਨੇ ਮੇਰਾ ਬੜਾ ਸਾਥ ਦਿੱਤਾ ਹੈ। ਮੈਨੂੰ ਬਹੁਤ ਉਹਨਾਂ ਨੇ, ਮੈਂ ਬਲਕਿ ਸ਼ਾਇਰੀ ਨੂੰ ਉਹਨਾਂ ਨੂੰ ਦਹਾਏ ਬਗੈਰ ਰਿਆਜ਼ ਸਾਹਿਬ ਤੁਹਾਨੂੰ ਆਪਣਾ ਸ਼ਾਗਿਰਦ ਵੈਸੇ ਕਿਤੇ ਕਹਿੰਦੇ ਨੇ? ਹਾਂਜੀ ਬਿਲਕੁਲ ਜੀ, ਉਹਨਾਂ ਦੀਆਂ ਕਈ ਜਗ੍ਹਾ ਦੇ ਉੱਤੇ ਤਹਿਰੀਰਾਂ ਪ੍ਰਿੰਟ ਹੋਈਆਂ ਨੇ, ਉੱਥੇ ਉਹਨਾਂ ਨੇ ਬਕਾਇਦਾ ਆਪਣਾ ਸ਼ਾਗਿਰਦ ਕਿਹਾ। ਉਹ ਸਾਡੇ ਕੋਲ ਬਕਾਇਦਾ ਮਹਿਫੂਜ਼ ਨੇ, ਉਹ ਇਹ ਚੀਜ਼ਾਂ ਮਹਿਫੂਜ਼ ਰੱਖਣੀਆਂ ਪੈਂਦੀਆਂ ਨੇ। ਤੁਸੀਂ ਉਹਨੀ ਅਰਜ਼ ਕੀਤੀ ਕਿ ਹਾਫੀ ਜਿਹੜਾ ਨਾ ਤੁਸੀਂ ਉਹਨੂੰ ਮਸਲਨ ਅਗਰ ਤੁਹਾਡੀ ਗੱਲ ਤੋਂ ਮਤਲਬ ਕੱਢਿਆ ਜਾਏ ਤੁਸੀਂ ਉਹਨੂੰ ਸ਼ਾਇਰ ਨਹੀਂ ਮੰਨਦੇ। ਮੈਂ ਉਹਨਾਂ ਕਾਫੀ, ਲੇਕਿਨ ਉਹ ਸ਼ਾਇਰ ਬਾਂਝ ਨਹੀਂ ਸਾਬਤ ਹੋ ਰਿਹਾ। ਨਹੀਂ ਸਾਰੇ ਵਜ੍ਹਾ ਪਤਾ ਕਿਉਂਕਿ ਉਹਦੇ ਤੁਸੀਂ ਦੇਖੋ ਉਹਦੇ ਪਿੱਛੇ ਬੋੜੇ ਉਦਾਂ ਦੇ ਆ ਗਏ ਸਰ। ਉਹਦੇ ਵਿੱਚ ਇਹਦੀ ਵਜ੍ਹਾ ਇਹ ਹੈ ਕਿ ਜਿਹੜਾ ਸੁਣਨ ਵਾਲਾ ਉਹਦਾ ਜ਼ੌਕ ਨਹੀਂ ਰਿਹਾ। ਬਿਲਕੁਲ ਸਰ, ਅਸਲ 'ਚ ਹੁਣ ਨਾ ਹੁੱਲੜਬਾਜ਼ੀ ਸਾਨੂੰ ਜ਼ਿਆਦਾ ਪਸੰਦ ਆ। ਸ਼ਾਇਰੀ ਸਮਝਣ ਵਾਲੇ ਲੋਕ ਬਹੁਤ ਥੋੜੇ ਰਹੇ ਸਰ। ਟਿਕਟੌਕ ਦੇ ਉੱਤੇ ਦੇਖੋ ਕਿਹੜਾ ਅਦਬ ਨਵਾਜ਼ਿਆ ਜਾ ਰਿਹਾ ਵਾ ਜਿਹਨੂੰ ਆਪਾਂ ਲਾਈਕ ਕਰ ਰਹੇ ਹਾਂ, ਉੱਤੇ ਠੁਮਕਾ ਚੱਲ ਰਿਹਾ ਵਾ। ਇਹ ਸ਼ਾਇਰੀ ਦਾ ਠੁਮਕਾ ਵਾ। ਹਾਂ, ਸ਼ਾਇਰੀ ਦਾ ਠੁਮਕਾ। ਅੱਛਾ, ਬੜੀ ਜ਼ਬਰਦਸਤ ਗੱਲ ਹੋਈ ਹੈ ਜੀ। और ठुमका हिट हो जाता जी। ये तहजीब आफी हो गया, अली ज़रियून हो गया, ये ठुमके ने, ये ठुमके ने ਉਹ ਵਰਨਾ ਉਹ। ਅੱਛਾ, ਇੱਕ ਹੋਰ ਸਵਾਲ ਹੈ ਕਿ ਜਿਹੜਾ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਟੀਵੀ 'ਚ ਜਿਹੜੇ ਮਜ਼ਾਹੀਆ ਮੁਸ਼ਾਇਰੇ ਨੇ, ਤੁਸੀਂ ਸਮਝਦੇ ਹੋ ਕਿ ਉਹਦੇ ਅੱਗੇ ਮਜ਼ਾਹ ਦਾ ਜਿਹੜਾ ਲਫ਼ਜ਼ ਇਜ਼ਾਫੀ ਹੈ? ਸਾਫ਼ ਤੇ ਇਜ਼ਾਫੀ ਜਾਂ ਸਿਰਫ ਇਜ਼ਾਫੀ? ਨਹੀਂ, ਮੁਸ਼ਾਇਰੇ ਉਹ ਆਪਣਾ ਮਜ਼ਾਹ ਦਾ ਕਿਸੇ ਹੱਦ ਤੱਕ ਅਸਲ 'ਚ ਨਾ ਉਹ ਪੁਰਾਣੇ ਜਿਹੜੇ ਮੁਸ਼ਾਇਰੇ ਸੀਗੇ ਨਾ, ਜਿਹੜੇ ਉਹ ਚੇਦੀ ਸਾਹਿਬ ਹੁਣੀ ਕਰ ਰਹੇ ਸੀਗੇ, ਉਹ ਮੁਸ਼ਾਇਰੇ ਸੀਗੇ। ਇਹ ਇੱਕ ਨਾ ਸਿਰਫ ਇੱਕ ਆਪਸ ਦੀ ਮਹਿਫਲ ਆ, ਜਿਸ ਤਰ੍ਹਾਂ ਅਸੀਂ ਚਾਰ ਦੋਸਤ ਆਪਣੇ ਬੈਠ ਕੇ ਇੱਕ ਮੁਸ਼ਾਇਰੇ ਦਾ ਆਰਗੇਨਾਈਜੇਸ਼ਨ ਕਰਦੀ, ਆਰਗੇਨਾਈਜ਼ ਕਰਕੇ ਨਾ ਉਹਨੂੰ ਕੋਈ 8 ਚੈਨਲਾਂ ਨੂੰ ਭੇਜ ਦੇਣਾ, ਤੇ ਉਹ ਉਹੀ ਤੁਸੀਂ ਜਿਹੜੇ 5-6 ਨਾਮ ਆ ਨਾ ਉਹੀ ਅੱਗੇ ਆਈ ਜਾ ਰਹੇ ਨੇ। ਉਸ ਤੋਂ ਇਲਾਵਾ ਇਹਦਾ ਮਤਲਬ ਹੈ ਕਿ ਮਜ਼ਾਕ ਖਤਮ ਹੋ ਗਿਆ। ਇਹਦਾ ਮਤਲਬ ਉਹ ਅਸੀਂ ਬਾਅਦ ਕਾ ਗੌਰ ਕਰਦੇ ਹਾਂ ਕਿ ਸ਼ਾਇਰ ਸਨਾਨ ਤੋਂ ਬਾਅਦ ਅਗਰ ਖੁਦ ਨਾ ਹੱਸੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਇੱਥੇ ਹੱਸਣਾ। ਹਾਂਜੀ, ਉੱਥੇ ਪਤਾ ਨਹੀਂ ਹੁੰਦਾ ਜੀ ਇੱਥੇ ਫੁੱਲ ਸਟਾਪ ਸੀਗਾ, ਹੱਸਣ ਵਾਲੀ ਜਗ੍ਹਾ ਸੀਗੀ, ਜਾਂ ਉਹਨਾਂ ਨੂੰ ਪਿੱਛੋਂ ਚਲਾਉਣਾ ਪੈਂਦਾ ਵਾ ਜਿਸ ਤਰ੍ਹਾਂ ਲਾਫਟਰ
ਜਿਸ ਤਰ੍ਹਾਂ ਇੱਕ ਸਿਟਕਾਮ ਚ ਅਸੀਂ ਲਾਫਟਰ ਦਿੰਦੇ ਆ ਨਾ, Laughter ਤੇ ਉਹ ਜ਼ਰੂਰੀ ਹੋ ਗਿਆ। ਇਹਨਾਂ ਦਾ ਹੱਸਣਾ ਵੀ ਇੱਕ ਲਾਫਟਰ ਹੈ। ਬਿਲਕੁਲ, ਇਹਨਾਂ ਦਾ ਹੱਸਣਾ ਆਪਣਾ ਹੀ ਦੱਸਣਾ ਪੈਂਦਾ ਵਾ ਕਿ ਮੈਂ ਭਾਜੀ ਇੱਥੇ ਹੱਸਣਾ ਸੀ। ਤੇ ਅੱਛਾ, ਹੁਣ ਤੁਸੀਂ ਲਿਖਣ ਦੇ ਹਵਾਲੇ ਨਾਲ ਮਾਸ਼ਾਅੱਲਾ ਕਰ ਲਿਆ, ਸ਼ਾਇਰੀ ਵੀ ਕਰ ਲਈ, ਸਾਰੇ ਕਰ ਲਿਓ। ਤੁਸੀਂ ਲੋਹੜੀ ਦੇ ਇਵੈਂਟ ਵੀ ਕਰਵਾਉਣ ਲੱਗ ਗਏ। ਹਾਂਜੀ, ਲੋਹੜੀ ਕੋਈ ਇੱਥੇ ਇਤਰਾਜ਼ ਰੂਜ਼ ਵੀ ਹੈ? ਲੋਹੜੀ ਦੇ ਆਪਣਾ ਲੋਕਾਂ ਨੂੰ ਨਾ ਅਸਲ 'ਚ ਇਲਮ ਨਹੀਂ ਸੀ ਹੈ। ਉਹਨਾਂ ਦੇ ਜ਼ਿਹਨ ਦੇ ਵਿੱਚ ਸੀਗਾ ਕਿ ਸ਼ਾਇਦ ਇਹ ਹਿੰਦੂਆਂ ਦਾ ਜਾਂ ਇਹ ਸਿੱਖਾਂ ਦਾ ਇਹੀ ਤਿਉਹਾਰ ਹੈ, ਇਹਦਾ ਮੁਸਲਮਾਨਾਂ ਨਾਲ ਤਾਲੁਕ ਕੋਈ ਨਹੀਂ ਹੈ। ਤੇ ਅਸੀਂ ਇਸ ਤਿਉਹਾਰ ਨੂੰ ਇਸ ਚੀਜ਼ ਨੂੰ ਜਿਹੜਾ ਨਾ ਬਾਬਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਦੁੱਲਾ ਭੱਟੀ ਆ ਉਹਦਾ ਤਾਲੁਕ ਪਿੰਡੀ ਭੱਟੀਆਂ ਤੋਂ ਆ, ਉਹ ਇੱਕ ਮੁਸਲਮਾਨ ਆ, ਉਹਦਾ ਇੱਕ ਕਿਰਦਾਰ ਆ। ਉਸ ਕਿਰਦਾਰ ਨੂੰ ਹਿੰਦੂ ਸਿੱਖ ਉਹ ਮੰਨ ਰਹੇ ਨੇ। ਉਹਨੇ ਇੱਕ ਧੀਆਂ ਨੂੰ ਇੱਕ ਇੱਜ਼ਤ ਦਿੱਤੀ ਆ, ਭੈਣਾਂ ਨੂੰ ਇੱਜ਼ਤ ਦਿੱਤੀ ਆ। ਉਸ ਇੱਜ਼ਤ ਨੂੰ ਜਿਹੜਾ ਨਾ ਉਹ ਲੋਕ ਅੱਜ ਮੰਨਦੇ ਨੇ। ਤੇ ਇਹ ਸਾਡਾ ਜਿਹੜਾ ਨਾ ਉਹ ਕਿਰਦਾਰ ਅਸੀਂ ਉਹਨੂੰ ਥੋੜਾ ਜਿਹਾ ਜਾਂ ਪੰਜਾਬ ਦੀ ਸਕਾਫਤ ਨੂੰ ਅਸੀਂ ਬਾਬਰ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਇਨਸ਼ਾਅੱਲਾ ਅਸੀਂ ਉਹਦੇ 'ਚ ਕਾਫੀ ਹੱਦ ਤੱਕ ਕਾਮਯਾਬ ਆ। ਨਹੀਂ, ਅੱਛਾ ਤੁਸੀਂ ਕੰਮ ਕੀਤਾ ਕਿ ਨਵੀਂ ਨਸਲ ਨੂੰ ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜਾ ਕਿਰਦਾਰ ਹੈ ਸਾਡਾ ਕਿਰਦਾਰ ਹੈ। ਜੀ ਜੀ, ਬਿਲਕੁਲ। ਇਹਦਾ ਵਰਨਾ ਸਾਰੇ ਲੋਕ ਉੱਥੇ ਹੀ ਸਮਝਦੇ ਸੀ। ਸਰ ਅਸੀਂ ਆਪਸ ਵਿੱਚ ਬੈਠਦੇ ਆ, ਮਤਲਬ ਉਹ ਵੀ ਮਿਲ ਬੈਠਣ ਦਾ ਬਹਾਨਾ ਸੀ। ਤੇ ਹੁਣ ਉਹ ਜਿਹੜਾ ਵਾ ਨਾ ਚੁਪਾਲ ਇੱਕ ਪਿੰਡਾਂ ਦੇ ਵਿੱਚ ਸੀਗਾ, ਉਹ ਵੀ ਦੁਬਾਰਾ ਬਹਾਲ ਕਰਨ ਦੀ ਜ਼ਰੂਰਤ ਆ। ਅਗਰ ਅਸੀਂ ਸੋਸ਼ਲ ਮੀਡੀਆ ਤੋਂ ਬਾਹਰ ਨਿਕਲਾਂਗੇ, ਸੋਸ਼ਲ ਮੀਡੀਆ ਜਿਹੜਾ ਨਾ ਇਲੈਕਟ੍ਰੋਨਿਕ ਚੁਪਾਲ ਆ, ਅਗਰ ਅਸੀਂ ਇਹਨੂੰ ਦੁਬਾਰਾ ਫਿਜ਼ੀਕਲ ਵੱਲ ਲੈ ਕੇ ਜਾਣਾ ਵਾ ਤੇ ਫਿਰ ਹੀ ਸਾਡੇ ਬੱਚਿਆਂ ਨੇ ਸਾਡੇ ਨਾਲ ਬਹਿਣਾ ਵਾ। ਯਾਨੀ ਤੁਸੀਂ ਇਹਨੂੰ ਕੰਟੀਨਿਊ ਰੱਖੋਗੇ? ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਸਰ, ਇਸ ਤੋਂ ਜ਼ਿਆਦਾ ਅਸੀਂ ਅੱਛੇ ਤਰੀਕੇ ਨਾਲ ਇਹਨੂੰ ਡਿਲੀਵਰ ਕਰਾਂਗੇ। ਅੱਛਾ, ਬੱਚਿਆਂ ਦੇ ਹਵਾਲੇ ਨਾਲ ਵੀ ਤੁਹਾਡਾ ਨਾਮ ਕਾਫੀ ਪਲੇਟਫਾਰਮ ਦੇ ਉੱਤੇ ਗਰਦਿਸ਼ ਕਰਦਾ ਰਹਿੰਦਾ ਹੈ। ਕੋਈ ਐਸਾ ਮਨਸੂਬਾ ਜਿਹੜਾ ਤੁਸੀਂ ਬੱਚਿਆਂ ਦੇ ਹਵਾਲੇ ਨਾਲ ਚਾਹੁੰਦੇ ਹੋ ਕਿ ਸਾਹਮਣੇ ਆਉਣਾ ਚਾਹੀਦਾ? ਫ੍ਰੀ ਕਿਤਾਬਾਂ ਦੀ ਫਰਾਹਮੀ। ਅੱਛਾ, ਬੱਚਿਆਂ ਦੀਆਂ ਜਿਹੜੀਆਂ ਕਹਾਣੀਆਂ ਦੀਆਂ ਕਿਤਾਬਾਂ, ਉਹਦੇ ਵਾਸਤੇ ਅਸੀਂ ਜਿਹੜਾ ਨਾ ਫ੍ਰੀ ਕਰੇ ਤੇ ਕਰੇ ਕੌਣ ਤੇ ਛਾਪੇ ਕੌਣ? ਉਹਦੇ 'ਚ ਅਸੀਂ ਥੋੜਾ ਜਿਹਾ ਇੱਕ ਪਲੇਟਫਾਰਮ ਬਣਾਇਆ ਸੀਗਾ। ਇਨਸ਼ਾਅੱਲਾ ਉਹ ਬਹੁਤ ਜਲਦ ਲਾਂਚ ਵੀ ਹੋਏਗਾ। ਨੋਟਬੁੱਕ। ਅੱਛਾ, ਹਰ ਬੱਚੇ ਨੂੰ ਜ਼ਰੂਰਤ ਹੈ ਇੱਕ ਰਜਿਸਟਰ ਦੀ ਖਾਲੀ ਦੀ, ਉਹਦੇ ਨਾਲ ਆਪਣਾ ਬਾਹਰ 4 ਸਫ਼ੇ ਹੈਗੇ ਨੇ, ਅਸੀਂ ਉਹਨਾਂ ਨੂੰ ਪ੍ਰਿੰਟ ਕਰਾਂਗੇ, ਉਹ ਬੱਚਿਆਂ ਤੱਕ ਫ੍ਰੀ ਰਸਾਈ ਦਿਆਂਗੇ। ਇਸੇ ਤਰ੍ਹਾਂ ਅਗਰ ਅੱਜ ਜ਼ਰੂਰਤ ਆ, ਜਿਹੜੇ ਬੰਦਿਆਂ ਨੇ ਬੱਚਿਆਂ ਦੇ ਅਦਬ ਨੂੰ ਖਾਧਾ ਹੈ, ਉਹਨਾਂ ਦੀ ਜ਼ਰੂਰਤ ਜ਼ਿੰਮੇਵਾਰੀ ਹੈ, ਜਿਹੜੇ ਲੱਖ 2-2 ਲੱਖ ਰੁਪਏ ਦੇ ਅਵਾਰਡ ਲੈ ਕੇ 10-10 ਲੱਖ ਦੇ ਅਵਾਰਡ ਲੈ ਕੇ ਬੈਠੇ ਆ, ਉਹਨਾਂ ਦਾ ਕੰਮ ਬਣਦਾ ਵਾ ਕਿ 10-10 ਲੱਖ ਰੁਪਏ ਦੀਆਂ ਕਿਤਾਬਾਂ ਪ੍ਰਿੰਟ ਕਰਕੇ ਆਪਣੀਆਂ ਅੱਗੇ ਡਿਲੀਵਰ ਕਰਨ। ਲੇਕਿਨ ਉਹ ਤੇ ਕਹਿੰਦੇ ਆ ਕਿ ਅਸੀਂ ਬੱਚਿਆਂ ਲਈ ਲਿਖ ਰਹੇ ਹਾਂ, ਬੱਚੇ ਸਾਡੇ ਤੋਂ ਮੁਸਤਫੀਦ ਹੋਣ। ਸਰ ਬੱਚੇ ਉਹ ਲਿਖ ਰਹੇ ਆ, ਬੱਚਿਆਂ ਤੱਕ ਪਹੁੰਚ ਨਹੀਂ ਰਿਹਾ। ਉਹ ਸਿਰਫ ਇਸ ਟਾਈਮ ਸਰਕਾਰੀ ਅਦਾਰਿਆਂ ਤੱਕ ਪਹੁੰਚ ਰਿਹਾ ਵਾ ਜਾਂ ਇਨਾਮ ਦੇਣ ਵਾਲੇ ਅਦਾਰਿਆਂ ਤੱਕ ਪਹੁੰਚ ਰਿਹਾ ਵਾ, ਬੱਚੇ ਤੱਕ ਉਹਨਾਂ ਦਾ ਅਦਬ ਨਹੀਂ ਪਹੁੰਚ ਰਿਹਾ। ਤੁਸੀਂ ਜਿਹੜੇ ਮਰਜ਼ੀ ਸਕੂਲਾਂ ਦੇ ਵਿੱਚ ਚਲੇ ਜਾਓ, ਕੋਈ ਬੰਦਾ ਕਿਸੇ ਨੂੰ ਨਹੀਂ ਜਾਣਦਾ ਹੈਗਾ ਕਿ ਕੌਣ KM ਖਾਲਦ ਆ, ਕੌਣ ਫਾਰੂਕ ਅੰਜਮ ਆ, ਕੌਣ ਅਹਿਮਦ ਅਦਨਾਨ ਤਾਰਕ ਆ, ਕੌਣ ਅਮਜਦ ਸਲਾਮ ਅਮਜਦ ਆ, ਕਿਉਂ ਮਰਿਆ, ਕਿੱਦਾਂ ਮਰਿਆ ਹੈਗਾ ਵਾ, ਨਹੀਂ ਮਰਿਆ, ਕਿਸੇ ਨੂੰ ਨਹੀਂ ਪਤਾ। ਇਹ ਜ਼ਰੂਰ ਹੈ ਬੱਚਿਆਂ ਨੂੰ ਇਸ ਸਾਰੀਆਂ ਚੀਜ਼ਾਂ ਦੱਸਣੀਆਂ। ਇਸ ਹਵਾਲੇ ਨਾ ਗਵਰਨਮੈਂਟ ਦੀ ਸਰਪ੍ਰਸਤੀ ਵੀ ਤੇ ਹੈ। ਸਰ ਗਵਰਨਮੈਂਟ ਸਾਰਾ ਕੁਝ ਤਾਂ ਨਹੀਂ ਕਰਦੀ ਹੁੰਦੀ। ਇੱਕ ਅਸੀਂ ਆਪ ਵੀ ਆਪਣੇ ਜਗ੍ਹਾ ਦੇ ਉੱਤੇ ਗਵਰਨਮੈਂਟ ਆ, ਅਸੀਂ ਆਪਣੇ ਹਿੱਸੇ ਦਾ ਕਿਰਦਾਰ ਅਦਾ ਕਰਦੀ ਹੈ। ਮੇਰਾ ਖਿਆਲ ਕਿਰਦਾਰ ਅਦਾ ਹੋ ਜਾਏਗਾ। ਬਲਕਿ ਤੁਸੀਂ ਤੇ ਇਸ ਨੂੰ ਜ਼ਿਆਦਾ ਬਿਹਤਰ ਸਮਝਦੇ। ਆਪਾਂ ਚਾਂਦ ਦੇ ਪਲੇਟਫਾਰਮ ਤੋਂ ਜੋ ਕੁਝ ਕੀਤਾ ਖੁਦ ਕੀਤਾ ਹੈ। ਬਿਲਕੁਲ ਸਹੀ ਬਾਤ। ਚਾਂਦ ਨੇ ਬਗੈਰ ਇਸ਼ਤਿਹਾਰ ਤੋਂ ਛਾਪ ਕੇ ਦੁਨੀਆ ਨੂੰ ਸਾਰੀ ਨੂੰ ਦੱਸਿਆ ਕਿ ਵੀ ਇਸ ਤਰ੍ਹਾਂ ਵੀ ਹੁੰਦਾ ਹੈ। ਇਸ ਤਰ੍ਹਾਂ ਲੀਡਰਸ਼ਿਪ ਅਗਰ ਕੋਈ ਇੱਕ ਦੂਸਰੇ ਨੂੰ ਮਿਲਦਾ ਸੀ ਬਗੈਰ ਅਸੀਂ TADA ਤੋਂ ਸਾਰੇ ਇੱਕ ਦੂਸਰੇ ਨੂੰ ਮਿਲਦੇ ਰਹੇ ਆ। ਸਹੀ 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 ਸਹੀ। ਅੱਛਾ, ਨਵਾਂ ਲਿਖਾਰੀ ਸਾਡਾ ਆ ਰਿਹਾ ਜਿਹੜਾ ਇਸ ਵੇਲੇ, ਅਸੀਂ ਵੀ ਕਦੀ ਨਵੇਂ ਲਿਖਾਰੀ ਸਾਂ, ਲੇਕਿਨ ਅਸੀਂ ਪ੍ਰਿੰਟ 'ਚ ਛਪੇ ਪਹਿਲੋਂ ਬੜੀ ਮਾਰ ਖਾਧੀ ਐਡੀਟਰਾਂ ਦੀ। 6-6 ਮਹੀਨੇ 9-9 ਮਹੀਨੇ ਕਹਾਣੀ ਨਹੀਂ ਸੀ ਲੱਗਦੀ ਹੁੰਦੀ। ਲੇਕਿਨ ਅੱਜ ਦਾ ਜਿਹੜਾ ਲਿਖਾਰੀ ਉਹ ਚਾਹ ਰਿਹਾ ਕਿ ਮੈਂ ਆਵਾਂ ਤੇ ਮੈਂ ਛਾ ਜਾਵਾਂ। ਸਰ ਉਹ ਲਿਖਾਰੀ ਅਸਲ 'ਚ ਰਸਾਲਿਆਂ ਤੱਕ ਤੇ ਹੈ ਨਹੀਂ। ਤੁਸੀਂ ਬਾਅਦ ਅਸੀਂ ਹੁਣ ਸੋਸ਼ਲ ਮੀਡੀਆ ਤੇ ਕੁਝ ਬੰਦਿਆਂ ਦੇ ਕਮੈਂਟ ਪੜ੍ਹਦੇ ਆ ਜਾਂ ਕੁਝ ਦੀਆਂ ਪੋਸਟਾਂ ਪੜ੍ਹਦੇ ਆ ਤੇ ਬੜੀ ਕਾਟ ਦੇ ਬੰਦੇ ਮੌਜੂਦ ਨੇ, ਅਸੀਂ ਉਹਨਾਂ ਦੇ ਕਦੀ ਨਾਮ ਨਹੀਂ ਸੁਣੇ ਹੋਏ। ਇਹਦਾ ਮਤਲਬ ਆ ਕਿ ਲੋਕ ਉਹਨਾਂ 'ਚ ਟੈਲੈਂਟ ਮੌਜੂਦ ਹੈ, ਲੇਕਿਨ ਹੁਣ ਉਹਨਾਂ ਕੋਲ ਪਲੇਟਫਾਰਮ ਕੋਈ ਮੌਜੂਦ ਨਹੀਂ ਸੋਸ਼ਲ ਮੀਡੀਆ ਤੋਂ ਇਲਾਵਾ। ਉਹ ਸੋਸ਼ਲ ਮੀਡੀਆ ਦੀ ਨਜ਼ਰ ਹੋਈ ਜਾ ਰਿਹਾ ਵਾ ਜਿਹੜਾ ਆਦਮ ਆ। ਅੱਛਾ, ਤੁਸੀਂ ਚਾਂਦ 'ਚ ਲਿਖਦੇ ਰਹੇ, ਕਾਫੀ ਅਰਸਾ ਤਲਕ ਰਿਹਾ ਤੁਹਾਡਾ ਚਾਂਦ ਦੇ ਨਾਲ। ਚਾਂਦ ਨੇ ਤੁਹਾਨੂੰ ਬੜੇ ਅੱਛੇ ਦੋਸਤਾਂ ਨਾਲ ਨਵਾਜ਼ਿਆ ਹੋ। ਚੰਦ ਇੱਕ ਦੇ ਨਾਂ ਅਗਰ ਲੈਣਾ ਚਾਹੋ ਤੁਸੀਂ? ਹਾਫਿਜ਼ ਮੁਜ਼ੱਫਰ ਮੋਹਸਨ ਸਾਹਿਬ, ਬਦਰ ਸਈਦ, ਅਤਾਉल्ला ਕਾਸਮੀ ਸਾਹਿਬ ਨਾਲ ਬੜੀਆਂ ਮੁਲਾਕਾਤਾਂ ਰਹੀਆਂ। ਫਾਰੂਕ ਅੰਜਮ ਸਾਹਿਬ, KM ਖਾਲਦ ਸਾਹਿਬ, ਹਾਫਿਜ਼ ਸੀਗੇ,
अब्दुल माजिद साहब, प्रोफैसर रियाज अहमद कादरी, मरहूम ਜ਼ਰੀਫ ਖਾਨ ਸਾਹਿਬ, ਉਹਨਾਂ ਨਾਲ ਬੜਾ ਬਾਬੂ ਜਾਨ, ਇਹਨਾਂ ਨਾਲ ਸ਼ੌਕਤ ਅਲੀ ਮੁਜ਼ੱਫਰ, ਮਾਸ਼ਾਅੱਲਾ ਬੜਾ ਪਿਆਰਾ ਨਾਮ। ਇਹਨਾਂ ਦੋਸਤਾਂ ਨਾਲ ਜਿਹੜਾ ਬੜਾ ਪਿਆਰ ਰਿਹਾ ਵਾ, ਬਲਕਿ ਇਹ ਤੇ ਇਸ ਤਰੀਕੇ ਨਾਲ ਵੀ ਰਹੇ ਕਿ ਅਸੀਂ ਇਕੱਠੇ ਸ਼ਾਦੀਆਂ ਤੇ ਵਿਆਹਾਂ ਤੇ ਫੈਮਿਲੀ ਜਿਹੜੇ ਤਾਲੁਕਾਤ ਵੀ ਇਹਦੀ ਵਜ੍ਹਾ ਤੋਂ ਬਣੇ, ਕਿਉਂਕਿ ਇਹ ਮਜ਼ਾਕ ਲਿਖਣ ਵਾਲੇ ਲੋਕ ਜਿਹੜੇ ਨਾ ਢਿੱਡ ਦੇ ਖੋਟੇ ਨਹੀਂ ਹੁੰਦੇ। ਇਹਦੀ ਮੇਨ ਵਜ੍ਹਾ ਇਹ ਸੀ। ਅਗਰ ਇਹੀ ਤੁਸੀਂ ਦੇਖ ਲਓ ਦੂਸਰੇ ਅਦਬ ਦੇ ਵਿੱਚ ਅਦਾਬ, ਉਹ ਸਾਰੀ ਉਹ ਖੁੰਸੀਅਤ ਇੱਕ ਅਜੀਬ ਕਿਸਮ ਦੀ ਭਰੀ ਸੀ। ਇਹਦੇ ਵਿੱਚ ਐਸਾ ਕੋਈ ਮਾਮਲਾ ਨਹੀਂ ਆ। ਮਜ਼ਾਕ ਲਿਖਣ ਵਾਲਾ ਬੰਦਾ ਜਿਹੜਾ ਨਾ ਜ਼ਹਿਨੀ ਤੌਰ ਦੇ ਉੱਤੇ ਵੈਸੇ ਰਿਲੈਕਸ ਔਰ ਦਿਲੀ ਤੌਰ ਤੇ ਸਾਫ਼ ਹੁੰਦਾ ਹੈ। ਉਹਦਾ ਖੂਨ ਇੱਦਾਂ ਹੀ ਸਾਫ਼ ਹੁੰਦਾ ਜਿੱਦਾਂ ਸਾਫੀ ਕਰਦੀ ਆ ਨਾ, ਮਜ਼ਾਕ ਬੰਦੇ ਦਾ ਖੂਨ ਨੂੰ ਸਾਫ਼ ਕਰਦੀ ਹੈ। ਅੱਛਾ, ਜਦੋਂ ਚਾਂਚ ਸਾਡੀ ਤਹਰੀਰ ਆਉਂਦੀ ਸੀ ਨਾ ਤੇ ਨਾਲ ਸਾਡਾ ਪਤਾ ਵੀ ਆਉਂਦਾ ਸੀ, ਬਿਲਕੁਲ, ਤੇ ਫਿਰ ਉਹਦੀ ਡਾਕ ਵੀ ਆਉਂਦੀ ਸੀ, ਉਹ ਸਾਨੂੰ ਡਾਇਰੈਕਟ ਰਿਸਪੌਂਸ ਮਿਲਦਾ ਸੀ ਕਿ ਅਸੀਂ ਕੀ ਲਿਖਿਆ, ਦੋਸਤ ਮਿਲਦੇ ਸੀਗੇ, ਠੀਕ ਹੈ, ਮਿਲਦੇ ਸੀ ਜਾਂ ਉਸ ਤੁਹਾਨੂੰ ਪਹਿਚਾਨਦੀ ਸੀ ਦੁਨੀਆ ਉਸ ਵਕਤ। ਹਾਂਜੀ। ਅੱਛਾ, ਅੱਜ ਤੁਸੀਂ ਕੋਈ ਵੀ ਡਾਈਜੈਸਟ ਲੈ ਲਓ, ਬੜੇ ਤੋਂ ਬੜਾ ਡਾਈਜੈਸਟ ਲੈ ਲਓ, ਜਿਹਦੇ ਚ ਗਿਣਤੀ ਦੇ 10 ਤੋਂ 12 ਖੱਤ ਹੋਣਗੇ, ਔਰ ਉਹਦੇ ਚ ਸਾਨੂੰ ਉਹਦਾ ਇੱਕ ਇੰਤਜ਼ਾਰ ਕਰਨਾ ਪੈਂਦਾ। ਵੈਸੇ ਚਾਹੀਦਾ ਨਹੀਂ ਕਿ ਅਗਰ ਹੋਣ ਤਾਂ ਖੈਰ ਜਦੀਦ ਹੋ ਗਿਆ ਐਡਰੈਸ, ਨਹੀਂ ਤੇ ਉਹ ਈਮੇਲ ਐਡਰੈਸ ਨਾਲ ਸ਼ਾਇਆ ਕਰਨਾ ਚਾਹੀਦਾ। ਸਰ ਈਮੇਲ ਦੇ ਉੱਤੇ ਵੀ ਹੁਣ ਕੋਈ ਨਹੀਂ, ਹੁਣ WhatsApp ਨੰਬਰ ਹੀ ਆ ਜੋ ਵੀ ਹੈਗਾ ਵਾ, ਥੋੜਾ ਬਹੁਤਾ ਸ਼ਾਇਆ ਹੋਣਾ ਚਾਹੀਦਾ ਵਾ। ਲੇਕਿਨ ਉਹਦੇ ਨਾਲ ਅੱਜ ਜਿਹੜੀਆਂ ਕਬਾਹਤਾਂ ਬਣ ਰਹੀਆਂ ਵਾ ਕਿ ਅਗਰ ਅੱਜ ਵੀ ਤੁਹਾਡਾ ਨੰਬਰ ਛਾਪਦਾ ਵਾ ਤੇ ਅਗਲੇ ਦਿਨ ਤੁਹਾਨੂੰ ਮੈਸੇਜ ਆ ਜਾਂਦਾ, ਜਨਾਬ ਤੁਸੀਂ ਪੈਸੇ ਦੇਣੇ ਨੇ ਸਾਡੇ ਫਲਾਣੇ, ਉਹ ਦੇ ਦਿਓ, ਫਲਾਣਾ ਕੰਮ। ਉਹ ਇੱਕ ਅਜੀਬ ਜਿਹਾ ਮਾਮਲਾ ਇਸ ਵਜ੍ਹਾ ਤੋਂ ਹੁਣ ਨਾ ਕਾਫੀ ਪ੍ਰੋਬਲਮ ਦਾ ਸ਼ਿਕਾਰ ਹੋ ਜਾਂਦਾ। ਲੇਕਿਨ ਰਾਈਟਰ ਬੰਦੇ ਨੂੰ ਇਹਦੇ ਚ ਵੀ ਕਹਾਣੀ ਲੱਭ ਜਾਂਦੀ ਹੈ, ਉਹ ਆਪਣੀ ਕਹਾਣੀ ਪੈਦਾ ਕਰ ਲੈਂਦਾ। ਉਹ ਤੇ ਗੱਲ ਚੋਂ ਰਾਈਟਰ ਨੇ ਤੇ ਗੱਲ ਚੋਂ ਕੱਟ ਲੈਣੀ, ਬਿਲਕੁਲ, ਉਹਨੂੰ ਤੇ ਇੱਕ ਮੰਨ ਲੈਣ ਦੀ ਜ਼ਰੂਰਤ ਆ, ਉਸ ਤੋਂ ਬਾਅਦ ਉਹਨੇ ਕਹਾਣੀ ਕੱਢ ਲੈਣੀ ਹੈ। ਅੱਛਾ, ਹਜੇ ਤਾਂ ਤੁਸੀਂ ਯੰਗ ਬਲੱਡ ਜੇ ਸਾਡੇ ਮੁਕਾਬਲੇ ਚ ਯੰਗ ਜੀ ਬਿਲਕੁਲ, ਤੇ ਮੁਸਤਕਬਲ ਚ ਅਗਰ ਤੁਹਾਨੂੰ ਕੋਈ ਅਦਬੀ ਪਰਫਾਰਮੈਂਸ ਤੇ ਅਵਾਰਡ ਮਿਲਦਾ ਹੈ ਤੇ ਕਿਹੜਾ ਐਸਾ ਕੋਈ ਬੰਦਾ ਹੋਵੇਗਾ ਜਿਹਨੂੰ ਤੁਸੀਂ ਉਹ ਅਵਾਰਡ ਲੈਣਾ ਪਸੰਦ ਕਰੋ? ਸਰ ਮੇਰਾ ਖਿਆਲ ਹੈ ਜਿਹੜਾ ਕੋਲ ਅਵਾਰਡ ਲੈਣੇ ਸੀ ਉਹ ਤਾਂ ਮੇਰਾ ਫੌਤ ਹੋ ਗਿਆ, ਹੁਣ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ, ਲੋੜ ਨਹੀਂ, ਉਹਨਾਂ ਨੇ ਲੋੜ ਵੀ ਨਹੀਂ ਹੈ, ਹੁਣ ਬੰਦੇ ਉਹ ਫੌਤ ਹੋ ਗਏ ਨੇ ਸਾਰੇ। ਨਹੀਂ, ਤੁਹਾਡੇ ਦੋਸਤ ਵੀ ਤੇ ਹੈ ਨਾ, ਮਸਾ ਬਦਰ ਸਈਦ ਆ, ਸਾਰੇ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੱਸੇ। ਅਸੀਂ ਆਪ ਇਹ ਹੁਣ ਅੱਜ ਕੱਲ੍ਹ ਨਾ ਸਿਲਸਿਲਾਕਾਰ ਚੱਲ ਰਿਹਾ, अवार्ड दो अवार्ड लो, तो वो तरीकाकार या भी एक जितने अवार्ड आप मुझे देंगे हम उतने ही अवार्ड आपको रिटर्न करेंगे। यानी कि अवार्ड ते तुसी यकीन नहीं रखते? नहीं, मैं अवार्ड दे उत्ते नहीं यकीन रखता। मेरा ख्याल है बंदे दी अपनी परफॉर्मेंस ही सारा कुछ हुंदी है। अवार्ड अगर सानू साडे वास्ते तो बदकिस्मती ये है कि अगर सानू अवार्ड भी अनाउंस हो जाए तो मेरा ख्याल असीं लैन जा नहीं सकते, क्योंकि अवार्ड नालों ज्यादा मसरूफियत नहीं, अवार्ड नालों ज्यादा अखराजात ज्यादा आ जाते हैं। बाकी वो बात ਉਹ ਆਦਮੀ ਕਹਿੰਦਾ ਕਿ ਇਹਨੂੰ ਇੱਥੇ ਰੱਖ ਲਓ, ਜਿੰਨੇ ਦਾ ਅਵਾਰਡ ਹੈ ਜੀ ਉਹਨਾਂ ਦੀਆਂ 5 ਕਿਤਾਬਾਂ ਸਕ੍ਰੈਪ ਦੇ ਵਿੱਚ ਵੇਚ ਕੇ ਅਗਲੇ ਪੈਸੇ ਇਕੱਠੇ ਕਰ। ਮਾਨਾਮਾ ਫੂਲ ਦੀ ਅਵਾਰਡ ਤਕਰੀਬ ਹੋਈ ਤੇ ਮੈਂ ਉੱਥੇ ਕਿਹਾ ਕਿ ਅਵਾਰਡ ਦੀ ਬਜਾਏ ਬੱਚਿਆਂ ਨੂੰ ਆਜ਼ਾਦੀਆ ਦਿੱਤਾ ਜਾਓ, ਬਿਲਕੁਲ, ਤਾਂ ਕਿ ਆਪਣੀ ਕਿਤਾਬ ਖਰੀਦਣ, ਟਿਊਸ਼ਨ ਦੀ ਫੀਸ ਦੇਣ, ਤੇ ਉਹ ਹੈ। ਤੇ ਉਦੋਂ ਮੇਰੇ ਤੇ ਬੜਾ ਇੱਕ ਆਬਜੈਕਸ਼ਨ ਲੱਗਾ ਸੀ। ਨਹੀਂ, ਇਹ ਮੇਰਾ ਖਿਆਲ ਹੈ ਬਹੁਤ ਆਪਣਾ ਮਕਬੂਲ ਵਜ੍ਹਾ ਸੀਗੀ ਤੁਹਾਡੇ, ਮਤਲਬ ਉਹਨਾਂ ਨੂੰ ਕਦੀ ਵੀ ਇਸ ਨੂੰ ਐਕਸੈਪਟ ਕਰਨਾ ਚਾਹੀਦਾ ਸੀ। ਅਸਲ ਹੁਣ ਉਹਦੇ 'ਚ ਵੀ ਦੇਖ ਲਓ ਨਾ, ਉਹ ਕਹਿੰਦੇ ਕਿ ਅਸੀਂ ਬੱਚੇ ਨੂੰ 1000-2000 ਰੁਪਇਆ ਕਿਉਂ ਦਈਏ, ਅਸੀਂ 25000 ਰੁਪਇਆ ਦੇ ਰਹੇ ਹਾਂ, ਅਸੀਂ 50000 ਦੇ ਰਹੇ ਹਾਂ, ਅਸੀਂ ਲੱਖ ਰੁਪਇਆ ਦੇ ਰਹੇ। ਉਹ ਉਹੀ 5-7-10 ਬੰਦੇ ਆ ਜਿਨ੍ਹਾਂ ਨੂੰ ਹਰ ਵਾਰੀ ਦਿੰਦੇ ਆ ਤੇ ਉਹਨਾਂ ਨੂੰ ਮਿਲ ਰਹੇ, ਕਿਉਂਕਿ ਉਹ ਉਸ ਦੌਰ ਦੀ ਬਾਤ ਹੈ ਜਦੋਂ ਅਰੂਜ ਹੁੰਦਾ ਸੀ, ਪ੍ਰਿੰਟ ਮੀਡੀਆ ਦਾ ਅਰੂਜ, ਉਹ ਅਰੂਜ ਸੀਗਾ। ਔਰ ਇਹ ਤੁਹਾਡੀ ਗੱਲ ਨਿਜ਼ਾਮੀ ਸਾਹਿਬ ਤੇ ਬੈਠੇ ਸੀ, ਜਿਸ ਦਿਨ ਤੋਂ ਤੁਸੀਂ ਸਟਾਰਟ ਲਿਆ ਵਾ ਤੁਹਾਡੀ ਇਹ ਗੱਲ 100% ਸਹੀ ਆ। ਅਸੀਂ ਵੀ ਇਸ ਨੂੰ ਆਪਣਾ, ਤੁਸੀਂ ਕਿਹਾ ਸੀਗਾ ਕਿ ਵੀ ਇਹ ਬੱਚਿਆਂ ਨੂੰ ਆਜ਼ਾਦੀਆ ਦਿਓ, ਅਸੀਂ ਉਹ 'ਚ 300-400 ਦੀ ਬਜਾਏ ਅਸੀਂ ਮੋਬਾਈਲ ਅਨਾਉਂਸ ਕੀਤਾ ਸੀ ਉਸ ਵਕਤ। ਹਾਲਾਂਕਿ ਉਹ ਇੱਕ ਬਹੁਤ ਵੱਡਾ ਗਿਫਟ ਸੀਗਾ ਗੋਗੋ ਦੇ ਵਿੱਚ। ਅਸੀਂ ਉਹ ਪਹਿਲੀ ਤਹਿਰੀਰ ਦੇ ਉੱਤੇ ਮੋਬਾਈਲ, ਫਿਰ ਅਸੀਂ ਉਹ 'ਚ ਇਨਾਮੀ 5 ਤੋਂ 7 ਬੰਦਿਆਂ ਨੂੰ ਅਸੀਂ ਇਹ ਬਕਾਇਦਾ ਇਨਾਮੀ ਪੇਮੈਂਟ ਦਿੰਦੇ ਹੁੰਦੇ ਸੀ। ਤੇ ਗੋਗੋ ਬੜਾ ਪੁਰਾਣਾ ਸੀਗਾ, ਕਿਉਂ ਇਹ ਬੰਦ ਵੀ ਹੋ ਗਿਆ? ਸਰ ਗੋਗੋ ਦੇ ਬੰਦ ਹੋਣ ਦੀ ਵਜ੍ਹਾ ਬੇਸਿਕਲੀ ਕੁਛ ਮੁਜਾਹਿਦ ਸਾਹਿਬ ਦੀ ਉਸ ਵਕਤ ਦੀ ਮਸਰੂਫੀਅਤ, ਉਹੀ ਵਕਤ ਮੇਰੇ ਕੋਲ ਮੇਰੀ ਵਾਲਦਾ ਦੀ ਬਿਮਾਰੀ ਦਾ ਵਕਤ ਚੱਲ ਰਿਹਾ ਸੀ। ਸਾਡੀ ਦੋਵਾਂ ਦੀ ਮੁਸ਼ਤਰਕਾ ਜਿਹੜੀ ਮਸਰੂਫੀਅਤ ਹੈ ਨਾ, ਇਹਨੂੰ ਥੋੜਾ ਜਿਹਾ ਪਿੱਛੇ ਸਿੱਟਿਆ। ਉਹ ਇਨਸ਼ਾਅੱਲਾ ਹੁਣ ਮਜ਼ੀਦ ਕੋਈ ਕੋਸ਼ਿਸ਼ਾਂ ਜਾਰੀ ਨੇ। ਅਗਰ ਇੱਕ ਪਲਾਨ ਬਣਾਉਂਦੇ ਆ ਵਕਤ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਚੇਂਜ ਹੋ ਜਾਂਦਾ। ਅੱਛਾ, ਸਾਡੇ ਇੱਥੇ ਗਰੁੱਪ ਬੰਦੀ ਵੀ ਹੈ? ਫੈਸਲਾਬਾਦ 'ਚ ਗਰੁੱਪ ਬੰਦੀ ਨਹੀਂ ਹੈ, ਫੈਸਲਾਬਾਦ 'ਚ ਮੁਲਾਕਾਤਾਂ ਦਾ ਫੁਕਦਾਨ ਆ। ਇੱਥੇ ਮੁਲਾਕਾਤਾਂ ਦਾ ਫੁਕਦਾਨ ਹੈ। ਇਹਦੇ 'ਚ ਅਸੀਂ ਉਹ ਵਰਕਿੰਗ ਨਹੀਂ ਕਰ ਪਾ ਰਹੇ ਜਿਹੜੀਆਂ ਉਹ ਲੋਕ ਪਹਿਲੇ ਕਰਦੇ ਨੇ, ਉਹ ਸਾਡੇ ਕੋਲ ਨਹੀਂ ਹੈ। ਜਿਹੜੀ ਦੂਸਰੇ ਟੀ ਹਾਊਸਿਸ ਆ, ਸਾਡੇ ਇੱਥੇ ਕੋਈ ਟੀ ਹਾਊਸ ਨਹੀਂ ਹੈ। ਹਾਲਾਂਕਿ ਸਾਨੂੰ ਵੈਸੇ ਚਾਹੀਦਾ ਸਰਕਾਰੀ ਗਵਰਨਮੈਂਟ ਫੈਸਲਾਬਾਦ
ਕਿ ਵੀ ਅਲ ਅਜ਼ੀਜ਼ ਦੇ ਵਿੱਚ ਇੱਕ ਕਮਰਾ ਮੁਖਤਸ ਕਰ ਦੇਣ ਸ਼ਾਇਰਾਂ ਵਾਸਤੇ। ਅੰਜਮ ਸਲੀਮੀ ਨੇ ਇੱਕ ਕੋਸ਼ਿਸ਼ ਕੀਤੀ ਸੀ ਸਤਿਆਨਾ ਰੋਡ। ਹਾਂਜੀ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇੱਕ ਉਹ ਕੈਫੇ ਬਣਾਇਆ ਸੀਗਾ, ਲਾਇਲਪੁਰ ਕੈਫੇ। ਹਾਂਜੀ, ਲੇਕਿਨ ਉਹ ਇੱਕ ਆਪਣੀ ਜ਼ਾਤੀ ਕੋਸ਼ਿਸ਼ ਆ, ਜਿੰਨਾ ਚਿਰ ਉਹਨੇ ਬਹਿਣਾ ਉਹਨਾਂ ਚਿਰ ਹੀ ਉਹਨੇ ਆਬਾਦ ਹੋਣਾ, ਉਸ ਤੋਂ ਬਾਅਦ ਉਹ ਖਤਮ। ਇਹ ਹੋਣਾ ਚਾਹੀਦਾ ਕਿ ਜਿਸ ਵਕਤ ਵੀ ਕੋਈ ਬੰਦਾ ਆਵੇ ਉਹ 24 ਘੰਟੇ ਅਵੇਲੇਬਲ ਹੋ, ਬਾਹਰ ਦੇ ਸ਼ਹਿਰਾਂ ਦੇ ਲੋਕ ਵੀ ਉੱਥੇ ਆਣ, ਉਹਨਾਂ ਨੂੰ ਮੁਲਾਕਾਤ ਹੋਵੇ, ਉਹਨਾਂ ਦਾ ਮਾਮਲਾਤ ਹੋਵੇ। ਇਸ ਟਾਈਮ ਬਹੁਤ ਸਾਰੇ ਦੋਸਤ ਕਿਰਦਾਰ ਅਦਾ ਕਰ ਰਹੇ ਆ, ਹਜ਼ਾਰ ਗੁਲਜ਼ਾਰ ਸਾਹਿਬ, ਪ੍ਰੋਫੈਸਰ ਰਿਆਜ਼ ਕਾਦਰੀ ਸਾਹਿਬ, ਰਾਸ਼ਦ ਸਾਹਿਬ, ਫਰੂਕ ਅੰਜਮ ਸਾਹਿਬ, ਕਿ ਵੀ ਜਿਹੜੇ ਵੀ ਦੋਸਤ ਆਉਂਦੇ ਨੇ ਉਹ ਬਾਕੀ ਦੋਸਤਾਂ ਨੂੰ ਕਾਲ ਕਰਕੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਦਾ ਇੱਕ ਬੜਾ ਅੱਛਾ ਕਿਰਦਾਰ ਅਦਾ ਹੁੰਦਾ। ਇਹ ਸਾਡੇ ਨਾਲ ਸਨ ਜੀ ਅੱਜ ਆਦਲ ਗੁਲਜ਼ਾਰ ਸਾਹਿਬ, ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ, ਉਮੀਦ ਆ ਪਸੰਦ ਆਏਗੀ। ਆਦਲ ਸਾਹਿਬ ਸ਼ੁਕਰੀਆ, ਬੜੀ ਮਿਹਰਬਾਨੀ। ਥੈਂਕ ਯੂ।